ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡੇ ਸਾਰਿਆਂ ਦਾ ਹੀ ਬਹੁਤ ਸਵਾਗਤ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਜੋਗਰਾਜ ਸਿੰਘ ਕਾਲੋਂ ਪ੍ਰਾਈਮ ਕੈਨੇਡਾ ਪ੍ਰੋਗਰਾਮ ਦੇ ਵਿੱਚ ਅੱਜ ਯੂਐਸ ਦੀਆਂ ਜੋ ਰੀਸੈਂਟਲੀ ਇਲੈਕਸ਼ਨਸ ਮਿਡ ਟਰਮ ਹੋਈਆਂ ਨੇ ਉਹਦੇ ਬਾਬਤ ਹੁਣ ਥੋੜੇ ਬਹੁਤ ਨਤੀਜੇ ਜੋ ਸਾਹਮਣੇ ਆ ਰਹੇ ਨੇ ਰੁਝਾਨਾਂ ਤੋਂ ਬਾਅਦ ਹੁਣ ਅਗਲੇ ਬੰਨੇ ਕਿਸ ਢੰਗ ਤਰੀਕੇ ਦੀ ਹਵਾ ਬਣਦੀ ਪਈ ਹੈ, ਉਹਦੇ ਵਿੱਚੋਂ ਦਿਲਚਸਪ ਗੱਲਾਂ ਕੀ ਨੇ ਜੋ ਸਾਹਮਣੇ ਨਿਕਲ ਕੇ ਆ ਰਹੀਆਂ ਨੇ, ਉਹ ਗੱਲਬਾਤ ਤੁਹਾਡੇ ਨਾਲ ਕਰਾਂਗੇ। ਕੈਨੇਡਾ ਦੇ ਵਿੱਚ ਲਿਬਰਲਸ ਪਾਰਟੀ ਜਿਹੜੀ ਆ ਉਹ ਆਪਣੇ ਮੈਂਬਰ ਪਾਰਲੀਮੈਂਟ ਦੀ ਪਿੱਠ ਦੇ ਉੱਤੇ ਸਰਕਾਰ ਕਿੱਦਾਂ ਆ ਕੇ ਖੜੀ ਆ, ਕਿਵੇਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਪਈ, ਉਹਦੀ ਗੱਲ ਨਾਲ ਦੀ ਨਾਲ ਹੋਰ ਵੀ ਬਹੁਤ ਸਾਰੇ ਮਸਲੇ ਨੇ ਜਿਹਦੇ ਵਿੱਚੋਂ ਰੀਸੈਂਟਲੀ ਬਹੁਤ ਵੱਡੇ ਲੋਟਰੀ ਦੇ ਕੁਝ ਨੰਬਰ ਨਿਕਲੇ ਨੇ, ਉਹ ਹੈਰਾਨ ਕਰਦੇ ਨੇ। ਤੇ ਹੋਰ ਬਾਕੀ ਨਾਲ ਕੁਝ ਭਾਰਤੀ ਜਿਹੜੇ ਯੂਐਸ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਨੇ ਜਿਨ੍ਹਾਂ ਤੇ ਇਲਜ਼ਾਮ ਲੱਗਦਾ ਕਿ ਬਈ ਉਹ ਉੱਥੋਂ ਪੈਸੇ ਲੈ ਕੇ ਹੋਰ ਮੁਲਕਾਂ ਦੇ ਵਿੱਚ ਗਏ ਨੇ, ਉਧਰਲੇ ਪਾਸਿਓਂ ਕੋਈ ਕਾਰਵਾਈ ਦੀ ਗੱਲ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਆ, ਉਹ ਕੀ ਆ ਉਹ ਵੀ ਆਪਾਂ ਪ੍ਰੋਗਰਾਮ 'ਚ ਨਾਲ ਸ਼ਾਮਲ ਕਰਾਂਗੇ। ਤੇ ਗਰਲ ਸਾਹਿਬ ਨੂੰ ਪਹਿਲਾਂ ਜੋੜਦੇ ਨਾਲ ਸਤਿ ਸ਼੍ਰੀ ਅਕਾਲ ਜੀ, ਬਹੁਤ ਸਵਾਗਤ ਤੁਹਾਡਾ। ਖਾਲਸਾ ਸਾਹਿਬ ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਜੋ ਯੂਐਸ ਇਲੈਕਸ਼ਨ ਰਿਜ਼ਲਟਸ ਕੱਲ ਅਸੀਂ ਪਰਸੋਂ ਡਿਟੇਲਡ ਗੱਲਬਾਤ ਕੀਤੀ ਵੀ ਹੁੰਦਾ ਕੀ ਆ, ਕਿਸ ਢੰਗ ਤਰੀਕੇ ਨਾਲ ਚੀਜ਼ਾਂ ਵਾਪਰਦੀਆਂ, ਕਿੱਥੇ ਕਿਹੜੀ ਚੀਜ਼ ਨੂੰ ਅਸਰ ਪੈਂਦਾ। ਹੁਣ ਵੋਟਾਂ ਪੈ ਗਈਆਂ, ਕੁਝ ਕੁ ਨਤੀਜੇ ਵੀ ਕੱਲ ਸਾਹਮਣੇ ਆਏ ਸੀ, ਕਿੱਦਾਂ ਦੇ ਰੁਝਾਨ ਜੀ? ਦੇਖੋ ਬੜੇ ਇੰਟਰਸਟਿੰਗ ਰੁਝਾਨ ਸਾਹਮਣੇ ਆਏ ਨੇ ਰਿਜ਼ਲਟ ਤੋਂ ਬਾਅਦ। ਹਜੇ ਰਿਜ਼ਲਟ ਪੂਰੀ ਤਰ੍ਹਾਂ ਆਊਟ ਤਾਂ ਹੋਇਆ ਨਹੀਂ, ਕਿਉਂਕਿ ਇਲੈਕਸ਼ਨਾਂ ਦੇ ਵਿੱਚ ਵੋਟਾਂ ਗਿਣਨ ਦੇ ਲਈ ਉਹਨਾਂ ਦੇ ਸਟੇਟ ਦੇ ਆਪੋ ਆਪਣੇ ਰੂਲਸ ਨੇ, ਨਿਯਮ ਨੇ, ਤੇ ਕੁਝ ਹਜੇ 4 ਸਟੇਟਾਂ ਦਾ ਡੈਫੀਨੇਟਲੀ ਹਜੇ ਪੈਂਡਿੰਗ ਨੇ। ਹੋ ਸਕਦਾ ਉਹਨਾਂ ਨੂੰ ਕੁਝ ਹਫ਼ਤੇ ਲੱਗ ਜਾਣ ਗਿਣਤੀ ਦੇ ਲਈ, ਕੰਪਲੀਟ ਕਰਨ ਦੇ ਲਈ। ਹੈਰਾਨੀ ਦੀ ਗੱਲ ਇਹ ਹੋਈ ਹੈ ਕਿ ਇਹ ਦੁਨੀਆ ਸਾਰੀ ਵਾਚ ਕਰ ਰਹੀ ਹੈ ਇਸ ਮਿਡ ਟਰਮ ਇਲੈਕਸ਼ਨ ਨੂੰ। ਸਾਰਿਆਂ ਨਾਲੋਂ ਵੱਧ ਐਕਸਪੈਂਸਿਵ ਇਲੈਕਸ਼ਨ ਇਹ ਸੀ। ਇਹਦੇ ਵਿੱਚ ਅਜੇ ਸੈਨੇਟ ਦੀ ਇਲੈਕਸ਼ਨ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ 48 ਡੈਮੋਕ੍ਰੈਟਸ ਤੇ 48 ਰਿਪਬਲਿਕਨਸ ਟੋਟਲ ਹਜੇ ਡਿਕਲੇਅਰ ਕੀਤੇ ਗਏ ਨੇ ਜੀ। 100 ਸੈਨੇਟਰਸ ਨੇ। ਜਿਹੜੀ ਰੈੱਡ ਵੇਵ ਐਕਸਪੈਕਟ ਕੀਤੀ ਜਾਂਦੀ ਸੀ ਕੁਝ ਐਨਾਲਿਸਟਸ ਵੱਲੋਂ, ਤੇ ਉਹ ਰੈੱਡ ਵੇਵ ਬਲੌਕ ਹੋ ਗਈ, ਨਹੀਂ ਚੱਲੀ। ਅੱਛਾ। ਤੇ ਜਿਹੜੀ ਲੈਂਡਸਲਾਈਡ ਵਿਕਟਰੀ ਐਕਸਪੈਕਟ ਕਰਦੇ ਸੀ ਰਿਪਬਲਿਕਨਸ, ਉਹ ਨਹੀਂ ਹੋਈ। ਓਕੇ। ਤੇ ਅਮਰੀਕਾ ਪੂਰੀ ਤਰ੍ਹਾਂ ਪੋਲਰਾਈਜ਼ਡ ਹੈ। ਜਿਹੜੇ ਡਿਨਾਈ ਕਰਨ ਵਾਲੇ ਨੇ ਇਲੈਕਸ਼ਨਾਂ ਦੇ ਰਿਜ਼ਲਟ ਨੂੰ, ਉਹਨਾਂ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਲੱਗ ਰਹੀ ਹੈ। ਤੇ ਇਹਦਾ ਮਤਲਬ ਇਹ ਹੈ ਕਿ ਵਾਇਲੈਂਸ ਦੇ ਲਈ ਅਜੇ ਵੀ ਲੋਹਾ ਗਰਮ ਹੈ। ਅੱਛਾ ਜੀ। ਤੇ ਹੁਣ ਜਿਹੜੀ ਇਹ ਇਲੈਕਸ਼ਨ ਹੋਈ ਹੈ ਇਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਸਿਗਨੀਫੀਕੈਂਟ ਰੋਲ ਪਲੇ ਕੀਤਾ, ਤੇ ਰਿਪਬਲਿਕਨ ਦੀ ਵਧੀਆ ਪਰਫਾਰਮੈਂਸ ਨਾ ਹੋਣ ਕਰਕੇ ਜਿੰਨੀ ਐਕਸਪੈਕਟਡ ਸੀ ਉਹਦੇ ਨਾਲੋਂ ਯਾਰਡ ਸਟਿਕ ਹਾਈ ਸੀ, ਤੇ ਪ੍ਰੈਜ਼ੀਡੈਂਟ ਟਰੰਪ ਦਾ ਵੀ ਡੈਮੇਜ ਹੋਇਆ ਰੈਪੂਟੇਸ਼ਨ। ਓਕੇ। ਤੇ ਇਹ ਵੀ ਪੋਸੀਬਿਲਿਟੀ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੂੰ ਕੋਈ ਚੈਲੰਜ ਕਰੇ ਤੇ ਅਗਲੀ ਇਲੈਕਸ਼ਨ ਦੇ ਵਿੱਚ ਪ੍ਰੈਜ਼ੀਡੈਂਟ ਦਾ ਕੈਂਡੀਡੇਟ ਨਾ ਬਣ ਦੇਵੇ। ਇਹ ਇਲੈਕਸ਼ਨਾਂ ਦੇ ਆਧਾਰ ਦੇ ਉੱਤੇ ਇਥੋਂ ਤੱਕ ਅਸਰ ਪੈ ਸਕਦਾ, ਇੱਥੋਂ ਤੱਕ ਪਿਆ। ਹੋਰ ਇੱਕ ਹੈਰਾਨੀ ਦੀ ਗੱਲ ਇਹ ਹੋਈ ਹੈ ਕਿ ਪੈਨਸਿਲਵੇਨੀਆ, ਉੱਥੋਂ ਦੀ ਜਿਹੜੀ ਸੈਨੇਟ ਦੀ ਸੀਟ ਆ ਉਹ ਫਲਿੱਪ ਕਰ ਗਈ। ਅੱਛਾ। ਪਹਿਲਾਂ ਰਿਪਬਲਿਕਨਸ ਹੁੰਦੇ ਸੀ ਸੈਨੇਟਰ, ਉੱਥੇ ਰਿਪਬਲਿਕਨ ਸੈਨੇਟਰ ਸੀ, ਤੇ ਹੁਣ ਡੈਮੋਕ੍ਰੈਟ ਹੋ ਗਿਆ। ਸਾਰੇ ਅਮਰੀਕਾ ਦੇ ਵਿੱਚ ਇਹ ਇੱਕ ਇਕੱਲੀ ਸੀਟ ਫਲਿੱਪ ਹੋਈ ਹੈ। ਓਕੇ। ਤੇ ਇਹਦੇ ਵਿੱਚ ਜੌਨ ਫੈਟਰਮੈਨ ਡੈਮੋਕ੍ਰੈਟ ਹੈ, ਤੇ ਉਹਦੀ ਪਿੱਠ ਦੇ ਪਿੱਛੇ ਕੈਂਪੇਨ ਦੇ ਵਿੱਚ ਆ ਕੇ ਪ੍ਰੈਜ਼ੀਡੈਂਟ ਬਾਈਡਨ ਤੇ ਫਾਰਮਰ ਪ੍ਰੈਜ਼ੀਡੈਂਟ ਓਬਾਮਾ ਦੋਨਾਂ ਨੇ ਕੈਂਪੇਨ ਕੀਤੀ ਸੀ ਉਹਦੀ ਇਲੈਕਸ਼ਨ ਦੇ ਵਿੱਚ। ਅੱਛਾ ਜੀ। ਤੇ ਇਹ ਇੱਕ ਉਹ ਵਿਅਕਤੀ ਹੈ ਜੌਨ ਫੈਟਰਮੈਨ ਜਿਹਦੇ ਤੇ ਇਹ ਕਿੰਤੂ ਪ੍ਰੰਤੂ ਹੋ ਰਹੇ ਸੀਗੇ ਕਿ ਉਹ ਪੈਨਸਿਲਵੇਨੀਆ ਦੇ ਵਿੱਚ ਰਹਿੰਦਾ ਹੀ ਨਹੀਂ। ਅੱਛਾ। ਫਿਰ ਉਹਨੂੰ ਇੱਕ ਸਟ੍ਰੋਕ ਹੋਇਆ ਸੀ, ਉਹਦੇ ਕਰਕੇ ਉਹਦੀ ਬੋਲਣ ਦੀ ਜਿਹੜੀ ਸਥਿਤੀ ਸੀ, ਸਪੀਚ ਐਬਿਲਿਟੀ, ਉਹ ਵੀ ਕਾਫੀ ਘਟੀ, ਬੋਲ ਨਹੀਂ ਸਕਿਆ ਵਧੀਆ। ਤੇ ਨਾਲ ਹੀ ਇਹਦੇ ਵਿੱਚ ਮੈਂ ਇਹ ਦੱਸ ਦੇਵਾਂ ਕਿ ਉਹਦੇ ਹੈਲਥ ਦੇ ਬਾਵਜੂਦ, ਉਹਦੀ ਉੱਥੇ ਨਾ ਰਹਿਣ ਦੇ ਬਾਵਜੂਦ, ਤੇ ਫਿਰ ਵੀ ਉਹ ਜਿੱਤ ਪ੍ਰਾਪਤ ਕੀਤੀ ਹੈ। ਤੇ ਸਾਰਿਆਂ ਨਾਲੋਂ ਵੱਧ ਐਕਸਪੈਂਸਿਵ ਜਿਹੜੀ ਕੈਂਪੇਨ ਹੋਈ ਆ ਸਾਰੇ ਅਮਰੀਕਾ ਦੇ ਵਿੱਚ, ਉਹ ਪੈਨਸਿਲਵੇਨੀਆ 'ਚ ਹੋਈ ਹੈ। ਅੱਛਾ, ਜਿੱਥੇ ਫਲਿੱਪ ਹੋਇਆ। ਹਾਂਜੀ। 1 ਮਿਲੀਅਨ ਦੇ ਕਰੀਬ ਉੱਥੇ ਅਰਲੀ ਵੋਟਿੰਗ ਹੋਈ ਹੈ, ਐਡਵਾਂਸ ਵੋਟਿੰਗ ਕਹਿ ਲਓ। ਤੇ ਉੱਥੇ ਰੂਲ ਇਹ ਹੈ ਕਿ ਇਲੈਕਸ਼ਨ ਦੀ ਮਾਰਨਿੰਗ ਤੋਂ ਬਾਅਦ ਹੀ ਗਿਣਤੀ ਸ਼ੁਰੂ ਹੋਣੀ ਹੈ, ਪਹਿਲਾਂ ਨਹੀਂ ਹੋਣੀ। ਅੱਛਾ। ਸੋ ਉਹ ਗਿਣਤੀ ਬਾਅਦ ਸ਼ੁਰੂ ਹੋਈ ਸੀ। ਖੈਰ ਅਜੇ ਜਿਸ ਤਰੀਕੇ ਨਾਲ ਐਡਵਾਂਸ ਪੋਲਿੰਗ ਜਾਂ ਮੇਲ ਇਨ ਬੈਲਟ ਹੋਏ, ਨਤੀਜੇ ਪੂਰੇ ਪ੍ਰੋਪਰ ਆਉਣ 'ਚ ਤੇ ਸਮਾਂ ਸਾਨੂੰ ਲੱਗੇਗਾ, ਪਰ ਜੇ ਸੈਨੇਟ ਦੇ ਉੱਤੇ ਇਸ ਵਾਰੀ ਸੈਨੇਟ ਦੀਆਂ ਵੋਟਾਂ ਤੇ ਓਵਰਆਲ ਇੱਕ ਝਾਤ ਮਾਰਨੀ ਹੋਏ ਪੂਰੇ ਅਮਰੀਕਾ 'ਚ ਵੀ ਕਿੱਥੋਂ ਕਿੱਦਾਂ ਦਾ ਹੁਣ ਤੱਕ ਦਾ ਥੋੜੇ ਰੁਝਾਨ ਨੇ, ਉਹਨਾਂ ਬਾਰੇ ਕੀ ਅਪਡੇਟਸ? ਮੈਂ ਇੱਕ ਤੁਹਾਨੂੰ ਇੱਕ ਸਲੇਟ ਦੇ ਉੱਪਰ ਜਿਹੜਾ ਹੈਗਾ ਮੈਪ ਅਮਰੀਕਾ ਦਾ, ਸਾਰੀ ਕਿਹੜੀ ਰਿਪਬਲਿਕਨ ਤੇ ਕਿਹੜੀ ਡੈਮੋਕ੍ਰੇਟ ਸਟੇਟ ਹੈ, ਉਹਨਾਂ ਦੀ ਪਿਕਚਰ ਵੀ ਦਿਖਾਉਣਾ। ਤੇ ਪਰ ਮੈਂ ਇੱਥੇ ਇਹ ਮੈਂਸ਼ਨ ਕਰਦਾ ਕਿ 4 ਸਟੇਟ ਦੇ ਵਿੱਚ ਜਾਰਜੀਆ, ਐਰੀਜ਼ੋਨਾ, ਨੇਵਾਡਾ ਤੇ ਅਲਾਸਕਾ, ਉਹਨਾਂ ਦਾ ਰਿਜ਼ਲਟ ਹਜੇ ਨਹੀਂ ਆਇਆ। ਉਹਦੇ ਵਿੱਚ ਕਾਰਨ ਇਹ ਹੈ ਕਿ ਜਾਰਜੀਆ ਦੇ ਵਿੱਚ ਡੈਮੋਕ੍ਰੈਟਸ ਡੀਲ ਕਰ ਰਿਹਾ, ਡੈਮੋਕ੍ਰੈਟ ਕੈਂਡੀਡੇਟ ਹੈ ਜਿਹੜਾ ਰਾਫੇਲ ਵਾਰਨੌਕ, ਤੇ ਰਿਪਬਲਿਕਨ
ਹਰਸ਼ਲ ਵਾਕਰ ਨੂੰ ਉਹ ਲੀਡ ਕਰ ਰਿਹਾ ਥੋੜੇ ਜਿਹੇ ਮਾਰਜਨ ਦੇ ਨਾਲ, ਜਿਹੜਾ ਕਿ 1% ਤੋਂ ਘੱਟ ਹੈ। ਸੋ ਇਹ ਇੱਕ ਇਲੈਕਸ਼ਨ ਇਦਾਂ ਦੀ ਹੈ ਕਿ ਜੇ ਉੱਥੇ ਕੋਈ ਵੀ ਕੈਂਡੀਡੇਟ 50% ਨਹੀਂ ਜਿੱਤਦਾ ਤਾਂ ਉੱਥੇ ਦੁਬਾਰਾ ਇਲੈਕਸ਼ਨ ਹੋਣੀ ਹੈ। ਅੱਛਾ ਜੀ। ਰਨ ਆਫ ਹੋਣਾ ਤੇ ਉਹ ਦਸੰਬਰ 6 ਨੂੰ ਹੋਣੀ ਹੈ। ਸੋ ਇਸ ਕਰਕੇ ਇਹਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਕਿ ਕੁਝ ਦਿਨ ਪਹਿਲਾਂ ਦੱਸਿਆ ਸੀਗਾ ਕਿ ਉਹਦੇ ਵਿੱਚ ਸਮਾਂ ਲੱਗ ਸਕਦਾ ਇਲੈਕਸ਼ਨ ਦਾ ਰਿਜ਼ਲਟ ਆਉਣ ਦੇ ਲਈ, ਤਾਂ ਉਹ ਦਸੰਬਰ 6 ਤੱਕ ਨੂੰ ਦੁਬਾਰਾ ਵੋਟ ਪੈਣ ਦੇ ਚਾਂਸਸ ਨੇ ਤੇ ਰਨ ਆਫ ਇਲੈਕਸ਼ਨ ਦੇ ਲਈ। ਤੇ ਫਿਰ ਐਰੀਜ਼ੋਨਾ ਦੇ ਵਿੱਚ ਡੈਮੋਕ੍ਰੈਟ ਲੀਡ ਕਰ ਰਿਹਾ ਤਕਰੀਬਨ 5% ਦੇ ਮਾਰਜਨ ਦੇ ਨਾਲ ਰਫਲੀ। ਹਜੇ ਪੂਰੀਆਂ ਵੋਟਾਂ ਕਿਤੇ ਵੀ ਨਹੀਂ ਗਿਣੀਆਂ ਗਈਆਂ, ਪਰ ਮੈਜੋਰਿਟੀ ਵੋਟਾਂ ਨੇ ਕਿਤੇ 75%, ਕਿਤੇ 98% ਵੋਟਾਂ ਗਿਣੀਆਂ ਜਾ ਚੁੱਕੀਆਂ ਨੇ ਡਿਫਰੈਂਟ ਸਟੇਟਾਂ ਦੇ ਵਿੱਚ। ਤੇ ਅਗਲੀ ਜਿਹੜੀ ਸਟੇਟ ਹੈਗੀ ਹੈ ਕਿੰਤੂ ਪਰੰਤੂ ਵਾਲੀ ਡਾਊਟਫੁਲ, ਉਹ ਹੈਗੀ ਨਵਾਡਾ। ਉੱਥੇ 75% ਤੋਂ ਵੱਧ ਵੋਟਾਂ ਤਾਂ ਗਿਣੀਆਂ ਗਈਆਂ ਨੇ, ਲਾਸ ਵੇਗਸ ਵਾਲੀ। ਹਾਂਜੀ। ਤੇ ਉੱਥੇ ਰਿਪਬਲਿਕਨ ਆ ਜਿਹੜੇ ਉਹ ਤਕਰੀਬਨ 49.9% ਦੇ ਅੱਗੇ ਵੋਟਾਂ ਲੈ ਕੇ ਅੱਗੇ ਆ। ਡੈਮੋਕ੍ਰੈਟ 47.2 ਨਾਲ ਪਿੱਛੇ ਆ। ਅੱਛਾ। ਤੇ ਅਲਾਸਕਾ ਦੇ ਵਿੱਚ ਵੀ ਹਜੇ ਗਿਣਤੀ ਜਿਹੜੀ ਕਨਫਰਮ ਨਹੀਂ ਹੋਈ। ਸੋ ਜੇ ਦੇਖਿਆ ਜਾਵੇ ਤਾਂ ਜਿਹੜੇ ਮੇਨ ਕੀ ਇਸ਼ੂਜ਼ ਨੇ ਉਹ 'ਚ ਇੱਕ ਤਾਂ ਫਲਿੱਪ ਹੋ ਗਿਆ ਪੈਨਸਿਲਵੇਨੀਆ। 4 ਸਟੇਟ ਜਿਹੜੀਆਂ ਮੈਂ ਮੈਂਸ਼ਨ ਕੀਤੀਆਂ ਨੇ ਇਹ ਪੈਂਡਿੰਗ ਨੇ। ਇਹ ਤੋਂ ਬਿਨਾਂ ਫਲੋਰੀਡਾ ਦੇ ਵਿੱਚ ਰਿਪਬਲਿਕਨ ਗਵਰਨਰ ਵੀ ਜਿੱਤਿਆ ਤੇ ਜਿਹੜਾ ਰੌਨ ਡਿਸਾਂਟਿਸ ਉਹ ਵੱਡੇ ਮਾਰਜਨ ਦੇ ਨਾਲ ਜਿੱਤਿਆ। ਪਿਛਲੇ 2000 ਸਾਲ ਤੋਂ ਬਾਅਦ ਇੰਨੇ ਵੱਡੇ ਮਾਰਜਨ ਨਾਲ ਕੋਈ ਰਿਪਬਲਿਕਨ ਨਹੀਂ ਸੀ ਕਦੇ ਜਿੱਤਿਆ। 2000 ਸਾਲ ਤੋਂ ਬਾਅਦ 2000 ਸਨ ਤੋਂ ਬਾਅਦ ਅੱਛਾ ਸੌਰੀ। ਤੇ ਰੌਨ ਡਿਸਾਂਟਿਸ ਪ੍ਰੈਜ਼ੀਡੈਂਟ ਟਰੰਪ ਨੂੰ ਰਿਪਬਲਿਕਨ ਨੋਮੀਨੇਸ਼ਨ ਦੇ ਲਈ ਚੈਲੰਜਰ ਵੀ ਹੈ। ਸੋ ਉਹਦਾ ਮਾਰਜਨ ਵੱਧ ਹੈ। ਫਿਰ ਉੱਥੇ ਇੱਕ ਹੋਰ ਚੀਜ਼ ਇਹ ਹੈ ਫਲੋਰੀਡਾ ਦੇ ਵਿੱਚ ਕਿ ਪੋਪੂਲੈਰਿਟੀ ਉਹ ਪ੍ਰੈਜ਼ੀਡੈਂਟ ਟਰੰਪ ਨਾਲੋਂ ਗਵਰਨਰ ਰੌਨ ਡਿਸਾਂਟਿਸ ਦੀ ਜ਼ਿਆਦਾ ਹੈ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਜਿਹਨੂੰ ਨਹੀਂ ਰਨ ਕਰਨਾ ਚਾਹੀਦਾ ਉਹਦੇ 'ਚ ਤਕਰੀਬਨ ਡਬਲ ਅਮਾਊਂਟ ਆ ਟਰੰਪ ਦੇ ਲਈ। ਸੋ ਇਸ ਕਰਕੇ ਇਹ ਵੀ ਇੱਕ ਹੈਰਾਨੀ ਦੀ ਜਨਕ ਤੇ ਮਤਲਬ ਵਿਸ਼ੇਸ਼ ਖਬਰ ਫਿਊਚਰ ਦੇ ਵਿੱਚ ਹੈ। ਓਹਾਇਓ ਦੇ ਵਿੱਚ ਡੈਮੋਕ੍ਰੈਟਸ ਰਿਪਬਲਿਕਨ ਜਿੱਤ ਗਏ। ਨਾਰਥ ਕੈਰੋਲੀਨਾ ਦੇ ਵਿੱਚ ਰਿਪਬਲਿਕਨ ਜਿੱਤੇ ਨੇ। ਵਿਸਕੌਨਸਨ ਦੇ ਵਿੱਚ ਇਨਕੰਬੈਂਟ ਰਿਪਬਲਿਕਨ ਜਿੱਤੇ ਨੇ। ਐਰੀਜ਼ੋਨਾ ਦੀ ਅਜੇ ਮੈਂ ਜਿਸ ਤਰ੍ਹਾਂ ਦੱਸਿਆ ਬਾਕੀ ਹੈ। ਸੋ ਇਹ ਤਾਂ ਸੈਨੇਟ ਦਾ ਹਾਲਤ ਨੇ। ਇਸ ਵੇਲੇ 48 ਸੀਟਾਂ ਦੇ ਉੱਤੇ ਸੈਨੇਟ ਦੇ ਵਿੱਚ ਟਗ ਆਫ ਵਾਰ ਹੈ। ਦੇਖੋ ਕਿਹੜੀ ਪਾਰਟੀ ਮੈਜੋਰਿਟੀ ਲਈ ਜਾਂਦੀ ਹੈ। ਤੇ ਰਿਪਬਲਿਕਨ ਜਿਹੜੇ ਐਂਟੀਸਪੇਟਡ ਸੀਗੇ ਉਹ ਨਹੀਂ ਜਿੱਤ ਸਕੇ। ਅੱਛਾ, ਹੁਣ ਆਪਾਂ ਮੈਪ ਦਿਖਾ ਕੇ ਥੋੜਾ ਜਿਹਾ ਉਸ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ ਕਿ ਬਈ ਕਿੱਥੇ ਕਿਸ ਢੰਗ ਤਰੀਕੇ ਨਾਲ ਹੁਣ ਤੱਕ ਕੌਣ ਅੱਗੇ ਚੱਲ ਰਿਹਾ ਰਿਪਬਲਿਕਨਸ ਤੇ ਡੈਮੋਕ੍ਰੈਟਸ ਦੇ ਵਿੱਚੋਂ। ਸਭ ਤੋਂ ਪਹਿਲਾਂ ਸੈਨੇਟ ਦੀ ਓਵਰਵਿਊ ਦੀ ਗੱਲ ਕਰ ਲਈਏ। ਹਾਂਜੀ, ਸੈਨੇਟ ਦੀ ਜਿਹੜੀ ਆਪਾਂ ਫੋਟੋ ਦੇਖੀ ਹੈ ਇੱਕ ਵਾਰੀ ਫੇਰ ਦੇਖਦੇ ਹਾਂ। ਉਹਦੇ ਵਿੱਚ ਹੁਣ ਇੱਥੋਂ ਪਤਾ ਲੱਗਦਾ ਹੈ ਕਿ ਕਿਹੜੀਆਂ ਰਿਪਬਲਿਕਨ ਤੇ ਡੈਮੋਕ੍ਰੈਟਸ ਨੇ। ਅਮਰੀਕਾ ਦੇ ਵਿੱਚ ਕੈਨੇਡਾ ਨਾਲੋਂ ਕਲਰ ਡਿਫਰੈਂਟ ਨੇ। ਡੈਮੋਕ੍ਰੈਟਸ ਬਲੂ ਨੇ ਤੇ ਰਿਪਬਲਿਕਨਸ ਰੈੱਡ ਨੇ। ਜਦ ਕਿ ਕੈਨੇਡਾ ਦੇ ਵਿੱਚ ਲਿਬਰਲ ਪਾਰਟੀ ਰੈੱਡ ਹੈ, ਉਹਦੇ ਇਕੁਇਵਲੈਂਟ ਜਿਹੜੀ ਕੰਸਰਵੇਟਿਵ ਪਾਰਟੀ ਉਹ ਬਲੂ ਕਲਰ ਯੂਜ਼ ਕਰਦੀ ਹੈ। ਹੁਣ ਇਹ ਜਿਹੜੇ ਰੈੱਡ ਤੇ ਡਾਟ ਆਪਾਂ ਪਹਿਲਾਂ ਜੇ ਸੈਨੇਟ ਦੀ ਗੱਲ, ਇਹ ਤਾਂ ਹੈਗੇ ਗਵਰਨਰਸ ਦੀਆਂ ਕਿਹੜੀ ਜਗ੍ਹਾ ਦੇ ਉੱਤੇ ਕਿਹੜੇ ਗਵਰਨਰ ਸਟੇਟਾਂ ਦੇ ਵਿੱਚ ਹੈ। 4 ਸਟੇਟਾਂ ਦੇ ਵਿੱਚ ਹਜੇ ਗਵਰਨਰ ਦਾ ਰਿਜ਼ਲਟ ਨਹੀਂ ਆਇਆ। ਆਹ ਫੋਟੋ ਹੈ ਜਿਹੜੀ ਇਹ ਸੈਨੇਟ ਦੀ ਹੈ। ਇਹਦੇ ਵਿੱਚ 4 ਜਿਹੜੀਆਂ ਡਾਟਡ ਲਾਈਨਾਂ ਵਾਲੀਆਂ ਨੇ ਸਟੇਟਾਂ, ਚਾਹੇ ਉਹ ਬਲੂ ਨੇ ਚਾਹੇ ਰੈੱਡ ਨੇ, ਕਿਹੜੀ ਪਾਰਟੀ ਲੀਡ ਕਰ ਰਹੀ ਹੈ ਤੇ ਹਜੇ ਡਿਸੀਜਨ ਨਹੀਂ ਆਇਆ। ਤੇ ਇਸ ਤੋਂ ਬਿਨਾਂ ਆਹ ਜਿਹੜੀ ਪਿਕਚਰ ਹੈ ਇਹਦੇ ਵਿੱਚ ਹਾਊਸ ਆਫ ਰੈਪਰੈਜ਼ੈਂਟੇਟਿਵ ਦੀਆਂ ਸਟੇਟ ਹੈਗੀਆਂ ਨੇ ਪੋਜੀਸ਼ਨਾਂ ਕਿ ਕਿਹੜੀ ਸਟੇਟ ਦੇ ਵਿੱਚ ਕਿਹੜੇ ਹਾਊਸ ਆਫ ਰੈਪਰੈਜ਼ੈਂਟੇਟਿਵ ਦੇ ਭਾਵ ਕਾਂਗਰਸਮੈਨ ਜਿੱਤੇ ਜਾਂ ਲੀਡ ਕਰ ਰਹੇ ਨੇ। ਇਹਦੇ ਵਿੱਚ ਵੀ ਅਜੇ ਹਾਊਸ ਆਫ ਰੈਪਰੈਜ਼ੈਂਟੇਟਿਵ ਦੇ ਵਿੱਚ ਵੀ 218 ਸੀਟਾਂ 435 ਚੋਂ ਲੈਣੀਆਂ ਵਿਨ ਕਰਨ ਦੇ ਲਈ ਮੈਜੋਰਿਟੀ ਦੇ ਲਈ ਜ਼ਰੂਰੀ ਨੇ। ਪਰ ਹੁਣ ਤੱਕ ਜਿਹੜਾ ਰਿਜ਼ਲਟ ਆ ਰਫਲੀ 203 ਦੇ ਕਰੀਬ ਰਿਪਬਲਿਕਨਸ ਜਿੱਤ ਚੁੱਕੇ ਨੇ ਤੇ ਡੈਮੋਕ੍ਰੈਟਸ 175 ਸੀਟਾਂ ਜਿੱਤ ਚੁੱਕੇ ਨੇ। ਤੇ ਬਾਕੀ ਦੀਆਂ ਪੈਂਡਿੰਗ ਨੇ, ਉਹਨਾਂ ਦੇ ਵਿੱਚੋਂ 17 ਟਾਸ ਅਪ ਸੀਟਾਂ ਨੇ। ਤੇ ਜਿਹੜਾ ਰਿਜ਼ਲਟ ਹੈ ਇਹ ਅਜੇ ਫਾਈਨਲ ਆਉਣ ਨੂੰ ਸ਼ਾਇਦ ਕੁਝ ਹੋਰ ਸਮਾਂ ਲੱਗੇ। ਪਰ ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਜੇ ਰਿਪਬਲਿਕਨ ਡੋਮੀਨੇਟ ਕਰ ਵੀ ਜਾਂਦੇ ਨੇ ਹਾਊਸ ਆਫ ਰੈਪਰੈਜ਼ੈਂਟੇਟਿਵ ਦੇ ਵਿੱਚ ਤਾਂ 3 ਜਨਵਰੀ ਤੱਕ ਉਹ ਪਾਵਰ 'ਚ ਰਹਿਣਗੇ। ਕਿਉਂਕਿ ਕਾਂਗਰਸ ਦਾ ਸੈਸ਼ਨ 3 ਜਨਵਰੀ ਤੱਕ ਰਹਿਣਾ। ਸੋ ਲੇਮ ਡੱਕ ਡੈਮੋਕ੍ਰੈਟਸ ਸਟਿਲ ਲੀਡ ਕਰਨਗੇ। ਤੇ ਗਵਰਨਰ ਦੀ ਸਟੇਟ ਜਿਹੜੀ ਹੈਗੀ ਹੈ ਇਲੈਕਸ਼ਨ 36 ਗਵਰਨਰਾਂ ਦੀ ਇਲੈਕਸ਼ਨ ਸੀ। ਉਹਨਾਂ ਗਵਰਨਰ ਦੇ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਨਾਰਥ ਈਸਟ ਅਮਰੀਕਾ ਦੇ ਵਿੱਚ ਮੋਸਟਲੀ ਡੈਮੋਕ੍ਰੈਟਸ ਗਵਰਨਰ ਇਲੈਕਟ ਹੋਏ ਨੇ। ਸਾਊਥ ਈਸਟ ਅਮਰੀਕਾ ਦੇ ਵਿੱਚ, ਦੱਖਣੀ ਤੇ ਪੂਰਬੀ ਅਮਰੀਕਾ ਦੇ ਵਿੱਚ ਰਿਪਬਲਿਕਨਸ ਇਲੈਕਟ ਹੋਏ ਨੇ। ਸੋ ਇਹਦੇ ਨਾਲ ਜਿੱਥੇ ਅਮਰੀਕਾ ਪੋਲਰਾਈਜ਼ਡ ਹੈ ਉੱਥੇ ਜਿਓਗ੍ਰਾਫਿਕਲੀ ਵੀ ਪੋਲਰਾਈਜ਼ਡ। ਮਤਲਬ ਟਰੰਪ ਕਾਰਡ ਜਿਹੜਾ ਉਸ ਢੰਗ ਤਰੀਕੇ ਨਾਲ ਸਾਰੇ ਅਮਰੀਕਾ ਤੇ ਨਹੀਂ ਚੱਲ ਸਕਿਆ। ਹਾਂਜੀ, ਨਹੀਂ ਚੱਲ ਸਕਿਆ।
ਅੱਛਾ, ਅਗਲੀ ਗੱਲ ਕੋਈ ਜੋੜਨੀ ਨਾਲ ਕਿ ਇਸ ਚੀਜ਼ ਦੀ ਕਰੀਏ? ਕੁਇਕਲੀ ਗੱਲ ਇਹ ਹੈ ਕਿ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਹਿਸਟਰੀ ਦੇ ਵਿੱਚ ਕਿ ਚੰਦ ਦਾ ਗ੍ਰਹਿਣ ਲੱਗਿਆ। ਉਹ ਇਲੈਕਸ਼ਨ ਡੇ ਤੇ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ। ਅੱਛਾ, ਵੈਸੇ ਤਾਂ ਪੂਰਾ ਚੰਦ ਗ੍ਰਹਿਣ 2025 ਚ ਅਗਲਾ ਲੱਗਣਾ, ਤੇ ਜਿਹੜਾ ਇਲੈਕਸ਼ਨਾਂ ਵਾਲੇ ਦਿਨ ਅਗਲਾ ਚੰਦ ਗ੍ਰਹਿਣ ਲੱਗਣਾ ਉਹ 372 ਸਾਲ ਬਾਅਦ ਨਵੰਬਰ 8 2394 ਨੂੰ ਲੱਗਣਾ। ਅੱਛਾ, ਸੋ ਚੰਦ ਗ੍ਰਹਿਣ ਦਾ ਜਿਹੜਾ ਇਲੈਕਸ਼ਨ ਦੇ ਨਾਲ ਤਾਲੁਕਾਤ ਹੈ ਉਹ ਵੀ ਇਸ ਤਰੀਕੇ ਨਾਲ ਦਰਸਾਇਆ ਗਿਆ। ਚਲੋ ਠੀਕ ਹੈ ਜੀ, ਇਹ ਵੀ ਵੇਖ ਲਓ ਵੀ ਕਿੱਦਾਂ ਕੜੀਆਂ ਜੁੜ ਜਾਂਦੀਆਂ ਨਾਲ। ਲਿਬਰਲਸ ਨੇ ਜਿਹੜੇ ਆਪਣੇ ਇਨਕੰਬੈਂਟ ਮੈਂਬਰ ਪਾਰਲੀਮੈਂਟਸ ਨੇ, ਹਾਂਜੀ, ਉਹਨਾਂ ਦੀ ਸੁਰੱਖਿਆ ਵਾਸਤੇ ਕੋਈ ਸਟੈਪ ਚੁੱਕੇ ਨੇ ਜੀ? ਕੀ ਗੱਲ, ਉਹਨਾਂ ਨੂੰ ਕੋਈ ਖਤਰਾ ਜਾਂ ਕਿਸੇ ਤਰੀਕੇ ਨਾਲ ਕੋਈ ਸੀਟ ਨੂੰ ਖਤਰਾ, ਜਾਂ ਕਿਸ ਢੰਗ ਤਰੀਕੇ ਨਾਲ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ? ਦੇਖੋ, ਇਹ ਬੜਾ ਇੰਟਰਸਟਿੰਗ ਕੁਐਸਚਨ ਹੈ ਤੇ ਤਾਜ਼ੀ ਖਬਰ ਹੈ। 2011 ਦੇ ਵਿੱਚ ਜਦੋਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਲੀਡਰਸ਼ਿਪ ਦੀ ਰੇਸ ਸੀ ਤਾਂ ਕਈ ਲੋਕਾਂ ਨੇ ਕੁਐਸਚਨ ਰੇਜ਼ ਕੀਤਾ, ਇਨਕਲੂਡਿੰਗ ਲਿਬਰਲ ਪਾਰਟੀ ਮੈਂਬਰਸ ਨੇ, ਕਿ ਉਹਨਾਂ ਨੂੰ ਪ੍ਰੈਫਰੈਂਸ਼ੀਅਲ ਟਰੀਟਮੈਂਟ ਦਿੱਤਾ ਜਾ ਰਿਹਾ ਬਿਕਾਜ਼ ਦਾ ਨੇਮ ਟਰੂਡੋ। ਆਪਣੀ ਸਪੀਚ ਦੇ ਵਿੱਚ ਜਿੱਤਣ ਤੋਂ ਬਾਅਦ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ, ਉਸ ਟਾਈਮ ਤੇ ਲਿਬਰਲ ਪਾਰਟੀ ਦੇ ਲੀਡਰ ਸੀ, ਉਹਨਾਂ ਨੇ ਇਹ ਕਿਹਾ ਸੀਗਾ ਕਿ ਓਪਨ, ਫ੍ਰੀ ਤੇ ਫੇਅਰ, ਟਰਾਂਸਪੇਰੈਂਟ ਨੋਮੀਨੇਸ਼ਨ ਪ੍ਰੋਸੈਸ ਹੋਏਗੀ ਸਾਰੇ ਕੈਂਡੀਡੇਟਸ ਦੀ। ਪਰ ਉਸ ਤਰ੍ਹਾਂ ਕੁਝ ਹੱਦ ਤੱਕ ਨਹੀਂ ਹੋਇਆ। ਹੁਣ ਇਨਕੰਬੈਂਟ ਜਿਹੜੇ ਮੌਜੂਦਾ ਮੈਂਬਰਸ ਆਫ ਪਾਰਲੀਮੈਂਟ ਨੇ ਲਿਬਰਲ ਪਾਰਟੀ ਦੇ, ਉਹਨਾਂ ਨੂੰ ਪ੍ਰੋਟੈਕਟ ਕਰਨ ਲਈ, ਤਾਂ ਕਿ ਉਹਨਾਂ ਨੂੰ ਕੋਈ ਨੋਮੀਨੇਸ਼ਨ ਦੇ ਵਿੱਚ ਚੈਲੰਜ ਨਾ ਕਰੇ, ਲਿਬਰਲ ਪਾਰਟੀ ਨੇ ਇੱਕ ਰੂਲ ਬਣਾਇਆ ਤੇ ਉਹ ਆਪਣੇ ਕਾਕਸ ਮੈਂਬਰਸ ਨੂੰ ਭੇਜਿਆ। ਉਸ ਦੇ ਵਿੱਚ ਉਹਦੇ ਮੁਤਾਬਕ ਇਹ ਹੈ ਕਿ ਐਮਪੀਜ਼ ਦੇ 2/3 ਜਿਹੜੇ ਇਲੈਕਸ਼ਨ ਦੇ ਐਕਸਪੈਂਸਸ ਨੇ ਉਹ ਰੇਜ਼ ਕਰਨੇ ਪੈਣਗੇ ਮਾਰਚ ਤੱਕ। ਭਾਵ ਕਿ ਉਹਨਾਂ ਨੂੰ ਫੰਡ ਰੇਜ਼ ਕਰਨਾ ਪਏਗਾ। ਸੋ ਉਹਨਾਂ ਦੇ ਉੱਤੇ ਲਿਮਟ ਲਾਈ ਗਈ ਹੈ ਕਿ ਉਹ ਫੰਡ ਰੇਜ਼ ਕਰਨਗੇ ਤਕਰੀਬਨ $18,000 ਪਹਿਲਾਂ ਨਾਲੋਂ ਵੱਧ। ਤੇ ਉਹਦੇ ਵਿੱਚ ਇੱਕ ਹੋਰ ਰੂਲ ਇਹ ਬਣਾਇਆ ਕਿ ਜਿਹੜੇ ਮੈਂਬਰਸ ਸਾਈਨ ਕਰਦੇ ਨੇ ਉਹਨਾਂ ਦੀ ਲਿਮਟ ਵੀ ਘਟਾਈ ਗਈ ਹੈ। ਅੱਛਾ, ਤੇ ਇਹਦੇ ਨਾਲ ਇਹ ਹੋਇਆ ਕਿ ਪਹਿਲਾਂ 50% ਐਕਸਪੈਂਸਸ ਰੇਜ਼ ਕਰਨੇ ਪੈਂਦੇ ਸੀ, ਹੁਣ 65% ਐਕਸਪੈਂਸਸ ਦਾ ਇਲੈਕਸ਼ਨ ਦਾ ਖਰਚਾ ਪਹਿਲਾਂ ਰੇਜ਼ ਕਰਨਾ ਪਊਗਾ। ਫਿਰ ਲਿਬਰਲ ਪਾਰਟੀ ਦੇ ਮੈਂਬਰਾਂ ਨੂੰ ਇਹ ਕਿਹਾ ਗਿਆ ਕਿ ਉਹ ਪੈਸੇ ਜਾਂ ਤਾਂ ਲਿਬਰਲ ਪਾਰਟੀ ਨੂੰ ਡੋਨੇਟ ਕਰਨ, $18,000 ਜਿਹੜੇ ਪੈਸੇ ਉਹਨਾਂ ਨੇ ਰੇਜ਼ ਕਰਨੇ ਨੇ, ਤੇ ਜਾਂ ਫਿਰ ਉਹ ਆਪਣੀ ਰਾਈਡਿੰਗ ਐਸੋਸੀਏਸ਼ਨ ਦੇ ਵਿੱਚ ਡੋਨੇਟ ਕਰਨ। ਤੇ ਉਹਨਾਂ 'ਤੇ ਇਹ ਲਿਮਟ ਲਾਈ ਗਈ ਹੈ, ਜੇ ਉਹ ਇਹ ਕਾਰਵਾਈ ਕਰਦੇ ਰਹਿਣਗੇ ਤਾਂ ਉਹਨਾਂ ਦੇ ਖਿਲਾਫ ਕਿਸੇ ਕੈਂਡੀਡੇਟ ਨੂੰ ਚੈਲੰਜ ਕਰਨ ਤੋਂ ਰੋਕਿਆ ਜਾ ਸਕਦਾ। ਅੱਛਾ, ਤੇ ਉਹਨਾਂ ਦੀ ਜਿਹੜੀ ਐਕਲਾਮੇਸ਼ਨ ਦੇ ਨਾਲ ਨੋਮੀਨੇਸ਼ਨ ਹੋਏਗੀ। ਇਦਾਂ ਕਿਉਂ, ਕੀ ਕਾਰਨ ਇਦਾਂ ਕਰਨ ਦਾ? ਇਹਦਾ ਕਾਰਨ ਇਹ ਹੈ ਕਿ ਲਿਬਰਲ ਪਾਰਟੀ ਜਿਹੜੀ ਚਾਹੁੰਦੀ ਹੈ ਕਿ ਜੋ ਉਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਹੈਗੇ ਨੇ ਉਹਨਾਂ ਨੂੰ ਅਗਲੀ ਇਲੈਕਸ਼ਨ ਦੇ ਵਿੱਚ ਹੀ ਚੁਣਿਆ ਜਾਵੇ। ਅੱਛਾ, ਨਵੇਂ ਆਉਣਗੇ, ਪਤਾ ਨਹੀਂ ਉਹ ਜਿੱਤਣਗੇ, ਪਤਾ ਨਹੀਂ ਜਿੱਤਣਗੇ, ਕਿਉਂਕਿ 2016 ਦੇ ਵਿੱਚ ਲਿਬਰਲ ਪਾਰਟੀ 2019 ਸ਼ਾਇਦ, ਹਾਂ 2013 ਦੇ ਵਿੱਚ ਲਿਬਰਲ ਪਾਰਟੀ ਆਫੀਸ਼ੀਅਲ ਆਪੋਜੀਸ਼ਨ ਦੀ ਬਜਾਏ ਤੀਸਰੇ ਨੰਬਰ ਤੇ ਚਲੀ ਗਈ, ਐਨਡੀਪੀ ਅੱਗੇ ਆ ਗਈ। ਜਦੋਂ ਐਨਡੀਪੀ ਅੱਗੇ ਆਈ ਹੈ, ਜੈਕ ਕਲਿੰਟਨ ਹੋਣਾ ਦੇ, ਹਾਂਜੀ, ਜੈਕ ਕਲਿੰਟਨ ਹੋਣਾ ਦੇ ਸਮੇਂ, ਉਸ ਟਾਈਮ ਤੋਂ ਕਹਿੰਦੇ ਨੇ ਦੁੱਧ ਦਾ ਸੜਿਆ ਲੱਸੀ ਨੂੰ ਫੂਕਾ ਮਾਰ ਕੇ ਪੀਂਦਾ। ਸੋ 2011 ਦੇ ਵਿੱਚ ਐਕਚੁਅਲੀ ਇਹ ਲਾਸ ਹੋਇਆ ਲਿਬਰਲ ਪਾਰਟੀ ਦਾ ਕਿ ਉਹ ਆਫੀਸ਼ੀਅਲ ਆਪੋਜੀਸ਼ਨ ਦੀ ਬਜਾਏ ਹਿਸਟਰੀ 'ਚ ਇੱਕ ਮਾਰਕੇ ਵਾਲਾ ਕੰਮ ਕਿ ਜਿਹੜਾ ਉਹਨਾਂ ਨੂੰ ਸਹਿਣਾ ਪਿਆ, ਉਹ ਚਲਾ ਗਿਆ ਕਿ ਉਹ ਤੀਜੇ ਨੰਬਰ ਤੇ ਪਾਰਟੀ ਸੀ। ਹੁਣ ਉਵੇਂ ਦਾ ਡਰ ਕੋਈ ਸਤਾਉਂਦਾ? ਹਾਂ, ਇੱਕ ਤਾਂ ਉਹ ਸਤਾਉਂਦਾ, ਅਗਲੀ ਇਲੈਕਸ਼ਨ ਦੇ ਚੈਲੰਜ ਨੂੰ ਮੁੱਖ ਰੱਖਦੇ ਹੋਏ ਲਿਬਰਲ ਪਾਰਟੀ ਨੇ ਕੁਝ ਇਹ ਰੂਲ ਬਣਾਏ ਨੇ। ਵੈਸੇ ਤਾਂ ਕੰਸਰਵੇਟਿਵ ਪਾਰਟੀ ਨੇ ਵੀ ਰੂਲ ਬਣਾਇਆ ਕਿ ਉਹਨਾਂ ਨੇ ਲਿਮਟ ਘੱਟ ਰੱਖੀ ਹੈ ਕਿ $15,000 ਸਾਲਾਨਾ ਪੈਸੇ ਉਹਨਾਂ ਨੂੰ ਰੇਜ਼ ਕਰਨੇ ਚਾਹੀਦੇ ਨੇ ਐਮਪੀਜ਼ ਨੂੰ ਆਪਣੀ ਨੋਮੀਨੇਸ਼ਨ ਪ੍ਰੋਟੈਕਟ ਕਰਨ ਦੇ ਲਈ, ਤੇ $3350 ਉਹਨਾਂ ਨੂੰ ਡੋਨੇਟ ਕਰਨਾ ਚਾਹੀਦਾ ਘੱਟੋ ਘੱਟ। ਤੇ ਵੈਸੇ ਜੇ ਅਮਰੀਕਾ ਦੇ ਨਾਲ ਕੰਪੇਅਰ ਕਰਦੇ ਆ ਤਾਂ ਅਮਰੀਕਾ ਦੇ ਵਿੱਚ ਇੱਕ ਸੈਨੇਟਰ ਨੇ ਮੀਡੀਆ 'ਚ ਦੱਸਿਆ, ਕਾਂਗਰਸਮੈਨ ਨੇ, ਕਿ ਉਹਨਾਂ ਨੂੰ $18,000 ਇੱਕ ਦਿਨ 'ਚ ਰੇਜ਼ ਕਰਨੇ ਪੈਂਦੇ ਨੇ। ਅੱਛਾ, ਜਾਂ ਕਰਨੇ ਚਾਹੀਦੇ ਨੇ $18,000 ਪਰ ਡੇ। ਤੇ ਕੋਈ ਵੀ ਜਿਹੜੇ ਅਮਰੀਕਨ ਪੋਲੀਟੀਸ਼ੀਅਨਸ ਨੇ ਇਲੈਕਟਡ, ਉਹ ਆਪਣੀ ਆਫਿਸ ਦੇ ਵਿੱਚੋਂ ਨਹੀਂ ਪੈਸੇ ਰੇਜ਼ ਕਰਨ ਦੇ ਲਈ ਕਾਲਾਂ ਕਰ ਸਕਦੇ। ਸੋ ਉਹਦੇ ਹਿਸਾਬ ਦੇ ਨਾਲ ਤਾਂ ਕੈਨੇਡਾ ਦੇ ਵਿੱਚ ਲਿਮਟ ਕਾਫੀ ਲੋ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਨੋਮੀਨੇਸ਼ਨ ਓਪਨ ਫੇਅਰ ਹੋਣੀ ਚਾਹੀਦੀ ਹੈ, ਹਰ ਇੱਕ ਬੰਦੇ ਨੂੰ, ਉਸ ਪਾਰਟੀ ਦੇ ਮੈਂਬਰ ਨੂੰ ਹੱਕ ਹੋਣਾ ਚਾਹੀਦਾ, ਪਰ ਉਹਨੂੰ ਵੱਡੀਆਂ ਪਾਰਟੀਆਂ ਰੋਕ ਕੇ ਰੱਖਦੀਆਂ ਨੇ ਤੇ ਨੋਮੀਨੇਸ਼ਨ ਦੇ ਉੱਤੇ ਇਲੈਕਸ਼ਨ ਕੈਨੇਡਾ ਦਾ ਕੋਈ ਜ਼ੋਰ ਨਹੀਂ। ਇਸ ਕਰਕੇ ਪਾਰਟੀਆਂ ਆਪਣੀ ਮਰਜ਼ੀ ਦੇ ਨਾਲ ਆਪਣੇ ਰੂਲ ਬਣਾਉਂਦੀਆਂ ਨੇ। ਬਿਲਕੁਲ ਠੀਕ ਹੈ ਜੀ। ਹੁਣ ਆਪਾਂ ਅਗਲੀ ਸੋਸ਼ਲ ਮੀਡੀਆ ਦੀ ਵਾਰ ਦੀ ਗੱਲ ਕਰਨੀ। ਹਾਂਜੀ, ਹੁਣ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਅਕਸਰ ਜੰਗਾਂ ਦੇਖਦੇ ਹਾਂ ਕਿ ਇੱਕ ਮਸਲੇ ਨੂੰ ਲੈ ਕੇ ਕਮਿਊਨਿਟੀਜ਼ ਦੋ ਫਾੜ ਹੋ ਜਾਂਦੀਆਂ, ਲੋਕ ਦੋ ਫਾੜ ਹੋ ਜਾਂਦੇ ਨੇ, ਇੱਕ ਦੇਸ਼ ਦੇ, ਇੱਕ ਰਿਲੀਜਨ ਦੇ, ਧਰਮ ਦੇ, ਕਮਿਊਨਿਟੀ ਦੇ, ਇੱਕ ਸੂਬੇ ਦੇ, ਸ਼ਹਿਰ ਦੇ, ਵੱਖ-ਵੱਖ ਤਰੀਕੇ ਨਾਲ।
ਪਰ ਇਹ ਹੁਣ ਪਹਿਲੀ ਵਾਰੀ ਇਦਾਂ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਬਈ ਸੋਸ਼ਲ ਮੀਡੀਆ ਕੋ ਪਲੇਟਫਾਰਮ ਜਿੱਦਾਂ ਫੇਸਬੁੱਕ ਆ, ਟਵਿੱਟਰ ਆ, ਜਿੱਥੇ ਜਾ ਕੇ ਸਾਰੀਆਂ ਜੰਗਾਂ ਹੁੰਦੀਆਂ, ਉਹ ਵਿਦਨ ਦਾ ਆਪਣੇ ਅਦਾਰੇ ਦੇ ਅੰਦਰ ਵੀ ਉਹਨਾਂ ਦੇ ਲੋਕ ਜਿਹੜੇ ਕਾਫੀ ਦੋ ਫਾੜ ਹੋ ਰਹੇ ਨੇ, ਅੰਦਰ ਵੀ ਜੰਗਾਂ ਕਾਫੀ ਚੱਲ ਰਹੀਆਂ ਨੇ, ਕਿਉਂਕਿ ਲੋਕ ਫਾਇਰ ਬਹੁਤ ਕੀਤੇ ਜਾ ਰਹੇ। ਐਲਨ ਮਸਕ ਹੋਣਾ ਟਵਿੱਟਰ ਓਵਰਟੇਕ ਕੀਤਾ, ਬਹੁਤ ਸਾਰੇ ਲੋਕ ਫਾਇਰ ਕੀਤੇ, ਸਮੂਹ ਉਹਨਾਂ ਦੇ CEO ਦੇ ਸਮੇਤ ਹੋਰ ਵੀ ਬਹੁਤ ਸਾਰੇ। ਹੁਣ ਟਵਿੱਟਰ ਦੇ ਵਿੱਚ ਇਦਾਂ ਹੋਇਆ, ਫਿਰ ਫੇਸਬੁੱਕ ਨੇ ਹੁਣ ਗਿਣਤੀ ਬਹੁਤ ਵੱਡੀ ਹੈ ਜੀ, ਹੈਰਾਨ ਹੋ ਜਾਂਦਾ ਬੰਦਾ ਸੁਣ ਕੇ ਵੀ ਇੰਨੇ ਬੰਦੇ ਫਾਇਰ ਕਰਤੇ। ਬਿਲਕੁਲ, ਹੁਣ ਫੇਸਬੁੱਕ ਦੀ ਜਿਹੜੀ ਕੰਪਨੀ ਆ ਮੈਟਾ, ਉਹਨਾਂ ਨੇ 11,000 EMPLOYE ਤੋਂ ਵੱਧ ਫਾਇਰ ਕੀਤੇ ਨੇ। ਬੱਲੇ ਬੱਲੇ, ਤੇ 11,000 EMPLOYE ਤਾਂ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ। ਉਹਦੇ ਨਾਲ ਮਾਰਕ ਜ਼ਕਰਬਰਗ ਜਿਹੜੇ 38 ਸਾਲਾ ਉਹਦੇ ਮਾਲਕ ਸਮਝ ਲਓ, ਉਹਨਾਂ ਨੇ ਪਹਿਲਾਂ ਤਾਂ ਇਹ ਦੱਸਿਆ ਕਿ ਪੈਂਡੈਮਿਕ ਦੇ ਦੌਰਾਨ EMPLOYE ਵੱਧ ਹਾਇਰ ਕਰਨੇ ਪਏ, ਤਾਂ ਫਾਇਰ ਕਰ ਰਹੇ ਨੇ, ਤੇ ਉਹ ਸੌਰੀ ਫੀਲ ਕਰਦੇ ਨੇ ਜਿਹੜੇ EMPLOYE ਫਾਇਰ ਕੀਤੇ ਜਾ ਚੁੱਕੇ ਨੇ। ਤੇ ਟਵਿੱਟਰ ਨੇ 50% ਸਟਾਫ ਆਪਦਾ ਫਾਇਰ ਕਰ ਦਿੱਤਾ। ਤੇ ਜਿਹੜੇ ਟਵਿੱਟਰ ਦੇ ਮਾਲਕ ਨੇ ਐਲਨ ਮਸਕ, ਉਹਨਾਂ ਨੇ $4 ਬਿਲੀਅਨ ਦੇ ਆਪਦੇ ਸ਼ੇਅਰ ਵੇਚ ਵੀ ਦਿੱਤੇ ਆਲਰੇਡੀ ਟਵਿੱਟਰ ਦੇ। ਜਿਹੜਾ ਉਹਨਾਂ ਨੇ 44 ਬਿਲੀਅਨ ਦਾ ਬਾਈ ਕੀਤਾ ਸੀ, ਉਹਦੇ ਚੋਂ 4 ਬਿਲੀਅਨ ਦੇ ਸ਼ੇਅਰ ਆਲਰੇਡੀ ਵੇਚ ਵੀ ਦਿੱਤੇ। ਸੋ ਜਿਹੜੇ EMPLOYE ਫਾਇਰ ਕੀਤੇ ਨੇ, ਯੂ ਆਰ ਰਾਈਟ, ਇੱਕ ਤਾਂ ਇਕਨੋਮੀ ਮਾੜੀ ਹੈ, ਇਨਫਲੇਸ਼ਨ ਵਧੀ ਹੋਈ ਹੈ, ਉੱਤੋਂ ਲੋਕਾਂ ਦੀ ਜੌਬਾਂ ਲੂਜ਼ ਹੋ ਰਹੀਆਂ ਨੇ, ਤੇ ਉਹਨਾਂ ਨੇ ਡਿਵਾਈਡ ਤਾਂ ਹੋਣਾ ਹੀ ਹੈ ਵਰਕਰਸ ਨੇ। ਚਲੋ ਜੀ, ਹੁਣ 11,000 ਬੰਦਾ ਕੰਮ ਤੋਂ ਨਿਕਲਣਾ, ਹਾਂਜੀ, ਉਹ ਫਿਰ ਹੁਣ ਤਲਕੀ ਤੇ ਉਸ ਚੀਜ਼ ਦੀ ਕ੍ਰੀਏਟ ਹੋਣੀ ਆ। ਅੱਛਾ, ਅਸੀਂ ਕੱਲ ਲੋਟਰੀ ਦੀ ਗੱਲ ਕਰਦੇ ਸੀਗੇ ਵੀ ਇੱਕ $1.6 ਬਿਲੀਅਨ ਦੀ ਲੋਟਰੀ ਹੁਣ 1.7 ਦੀ ਹੋ ਗਈ, ਉਹ ਨੰਬਰ ਵੱਧ ਕੇ 2 ਬਿਲੀਅਨ ਤੱਕ ਪਹੁੰਚ ਗਿਆ ਕਹਿੰਦੇ, ਤੇ ਕਿਹਦੀ ਨਿਕਲੀ ਫਿਰ ਉਹ? ਨੰਬਰ 2 ਬਿਲੀਅਨ ਤੱਕ ਪਹੁੰਚ ਗਿਆ ਜੀ। ਇੱਕ ਰੈਕਡ ਹੈ ਅਮਰੀਕਾ ਦੇ ਵਿੱਚ ਸਾਰਿਆਂ ਨਾਲੋਂ ਵੱਡੀ ਲਾਟਰੀ ਦਾ, ਤੇ ਉਹ ਕੈਲੀਫੋਰਨੀਆ 'ਚ ਕਿਸੇ ਵਿਅਕਤੀ ਦੀ ਨਿਕਲੀ। ਹਜੇ ਵਿਅਕਤੀ ਦਾ ਨਾਂ ਤਾਂ ਜ਼ਾਹਰ ਨਹੀਂ ਹੋਇਆ। $2 ਬਿਲੀਅਨ 2000 ਰੁਪਈਆਂ 'ਚ ਕਿੰਨੇ ਮਤਲਬ ਬਣ ਜਾਂਦੇ ਹੋਣਗੇ, ਕੋਈ ਆਈਡੀਆ ਦਾ? 2 ਦੇ ਨਾਲ 9 ਜ਼ੀਰੋ। ਅੱਛਾ, ਤੇ ਜਾਂ ਆਪਾਂ ਮਿਲੀਅਨ ਦੀ ਗੱਲ ਕਰਦੇ ਹਾਂ ਤਾਂ $2000 ਮਿਲੀਅਨ। ਅੱਛਾ, ਤੇ ਉਹ ਲਾਟਰੀ ਨਿਕਲੀ। ਫਿਰ ਉਹਨੂੰ ਗੁਣਾ ਕਰੋ ਗਾਂ ਅੱਗੇ ਤੁਸੀਂ, ਫਿਰ 60 ਨਾ ਦੇ ਰੁਪਈਏ ਉਹਨੇ ਬਣਨੇ। ਜੇ ਕੈਨੇਡਾ ਦੀ ਹਿਸਾਬ, ਇਹ ਤੇ ਹੈ US ਡਾਲਰ, ਇਹ ਤੇ ਹੋਰ ਵੱਧ ਮਹਿੰਗਾ ਜਾਣਾ। ਹਾਂਜੀ, ਬਿਲਕੁਲ ਵੱਡਾ ਅਮਾਉਂਟ ਹੈ, ਬਹੁਤ ਵੱਡਾ ਅਮਾਉਂਟ ਹੈ। ਸੋ ਇਹ US ਦੇ ਵਿੱਚ ਕਿੱਥੇ ਕੈਲੀਫੋਰਨੀਆ 'ਚ ਨਿਕਲੀ? ਕੈਲੀਫੋਰਨੀਆ 'ਚ ਨਿਕਲ ਗਈ। ਚਲੋ ਵਧਾਈਆਂ ਹੋਣ ਜੀ ਪਾਓ। ਇਹ ਤੇ ਐਵੇਂ ਮਤਲਬ ਜੇ ਕੋਈ ਆਮ ਬੰਦੇ ਦੀ ਨਿਕਲੇ, ਸ਼ਦਾਈ ਹੋਣ ਵਾਲੀ ਗੱਲ ਹੀ ਆ ਵੀ ਇੰਨੇ ਪੈਸੇ ਤਾਂ ਕਰਨਾ ਕੀ। ਅੱਛਾ, ਅਗਲੀ ਗੱਲ ਜਿਹੜੀ US ਨਾਲ ਹੀ ਜੁੜਦੀ ਆ, ਨੀਰਵ ਮੋਦੀ ਹੁਣੀ ਬਹੁਤ ਚਰਚਾ ਦੇ ਵਿੱਚ ਰਹਿੰਦੇ ਨੇ, ਹੋਰ ਵੀ ਬਹੁਤ ਸਾਰੇ ਐਸੇ ਨੇ, ਵਿਜੇ ਮਾਲੀਆ ਹੋਣੀ, ਜਿਹੜੇ ਵੀ ਭਾਰਤ ਤੋਂ ਬਾਹਰ ਆਏ, ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਜਾਂ ਜਿਨ੍ਹਾਂ ਦੇ ਉੱਤੇ ਇਹ ਚੀਜ਼ ਸਾਬਤ ਹੋ ਚੁੱਕੀ ਹੈ ਵੀ ਉਹ ਭਾਰਤ ਦੇ ਵਿੱਚੋਂ ਪੈਸੇ ਜਿਹੜੇ ਆ ਦੇਣਦਾਰ ਨੇ, ਚਾਹੇ ਬੈਂਕਾਂ ਦੇ, ਚਾਹੇ ਸਰਕਾਰ ਦੇ, ਚਾਹੇ ਹੋਰ ਕਿਸੇ ਢੰਗ ਤਰੀਕੇ ਨਾਲ ਕਿਸੇ ਨਾ ਕਿਸੇ ਦੇ, ਤੇ ਅਕਸਰ ਉਹਨਾਂ ਦੇ ਉੱਤੇ ਚਰਚਾਵਾਂ ਵੀ ਵੱਡੇ ਪੱਧਰ ਤੇ ਚੱਲਦੀਆਂ। ਨੀਰਵ ਮੋਦੀ ਹੁਣੀ ਪਹਿਲਾਂ UK 'ਚ ਸੀਗੇ, ਫਿਰ ਪਿੱਛੇ US ਦੇ ਵਿੱਚ ਵੀ ਆਏ, ਤੇ US ਤੋਂ ਬਹੁਤ ਸਖਤ ਫੈਸਲਾ ਇੱਕ ਸਾਹਮਣੇ ਆਇਆ ਕਿ ਉਹ ਭਾਰਤ ਭੇਜਣਗੇ ਉਹਨਾਂ ਨੂੰ ਵਾਪਸ। ਇਹ ਕਿੰਨਾ ਕੰਡੀਸ਼ਨਸ ਤੇ ਫੈਸਲਾ ਤੇ ਕਿਵੇਂ ਹੋਇਆ ਜੀ? ਦੇਖੋ, ਜਿਹੜੇ ਕੋਈ ਕ੍ਰਿਮੀਨਲ ਨੇ, ਜਦੋਂ ਪੈਸਾ ਕੋਈ ਲੁੱਟਮਾਰ ਕਰਕੇ, ਠੱਗੀਆਂ ਦੇ ਕਰਕੇ ਜਾਂ ਫਰਾਡ ਕਰਕੇ ਲੈ ਕੇ ਜੇ ਭੱਜਦਾ ਕੰਟਰੀ ਦੇ ਵਿੱਚੋਂ, ਤਾਂ ਬਾਹਰਲੇ ਦੇਸ਼ਾਂ ਦੇ ਵਿੱਚ ਟ੍ਰੀਟੀ ਸਾਈਨ ਹੋਈਆਂ ਹੋਈਆਂ ਤਾਂ ਉਹਨਾਂ ਨੂੰ ਐਕਸਟ੍ਰਾਡਾਈਟ ਕੀਤਾ ਜਾਂਦਾ। ਅੱਛਾ, ਸੋ ਅਮਰੀਕਾ ਦੇ ਵਿੱਚੋਂ ਹੁਣ ਨੀਰਵ ਮੋਦੀ ਨੂੰ ਡਿਸੀਜਨ ਹੋਇਆ ਕਿ ਉਹਨਾਂ ਨੂੰ ਐਕਸਟ੍ਰਾਡਾਈਟ ਕੀਤਾ ਜਾਊਗਾ ਇੰਡੀਆ ਦੇ ਲਈ, ਵਾਪਸ ਭੇਜੋ। ਹਾਂਜੀ, ਹੁਣ ਇੰਡੀਆ ਉਹਦੇ ਤੇ ਕੀ ਕੰਮ ਕਰਦਾ, ਉਹਨੂੰ ਗਏ ਤੋਂ ਬਾਅਦ ਉਹਨੂੰ ਕਿਸ ਤਰੀਕੇ ਨਾਲ ਕਾਨੂੰਨ ਦੇ ਕਟਹਿਰੇ ਦੇ ਵਿੱਚ ਖੜਾ ਕਰਦੇ ਨੇ, ਉਹ ਦੇਖਣਾ ਬਾਕੀ ਹੈ, ਪਰ ਉਹਨਾਂ ਨੂੰ ਇੰਡੀਆ ਭੇਜਿਆ ਜਾਊਗਾ। ਇਹ $2 ਬਿਲੀਅਨ ਦਾ ਤਕਰੀਬਨ ਉਹਨਾਂ ਤੇ ਇਲਜ਼ਾਮ ਹੈ ਕਿ ਉਹ ਪੈਸੇ ਇੰਡੀਆ ਤੋਂ ਮਾਰ ਕੇ ਭੱਜੇ ਨੇ। ਅੱਛਾ, ਇੰਨੇ ਪੈਸੇ? ਹਾਂਜੀ, ਅਸੀਂ ਜਿੰਨੇ ਕੁ ਰਕਮ ਦੀ ਲਾਟਰੀ ਦੀ ਗੱਲ ਕਰਦੇ ਹਾਂ। ਅੱਛਾ, ਇਹ ਬਹੁਤ ਵਧੀਆ ਸਟੈਪ ਆ, ਕਿਉਂਕਿ ਅਕਸਰ ਉੱਥੋਂ ਗੱਲਾਂ ਚੱਲਦੀਆਂ ਵੀ ਆਮ ਬੰਦਾ ਪਿਸੀ ਜਾ ਰਿਹਾ, ਵੱਡੇ ਜਿਹੜੇ ਲੱਖਾਂ ਕਰੋੜਾਂ ਦੀਆਂ ਠੱਗੀਆਂ ਮਾਰ ਕੇ, ਇੰਨੇ 1000 ਕਰੋੜ ਦੀ ਠੱਗੀ ਮਾਰ ਲਈ ਜੀ, ਇੰਨੇ ਲੱਖ ਕਰੋੜ ਦੀ ਠੱਗੀ ਮਾਰ ਕੇ ਫਲਾਣਾ ਫਰਾਰ ਹੋ ਗਿਆ, ਫਲਾਣਾ ਹੋ ਗਿਆ। ਤੇ ਉੱਥੇ ਜਿਹੜਾ ਆਮ ਬੰਦਾ ਆ ਉਹ 2000 ਰੁਪਏ ਪਿੱਛੇ ਜਾਂ 20000 ਰੁਪਏ ਪਿੱਛੇ ਫਾਹ ਲੈ ਕੇ ਮਰੀ ਜਾਣ ਡਿਆ। ਸੋ ਇਹ ਇੱਕ ਰੁਝਾਨ ਬਹੁਤ ਜ਼ਰੂਰੀ ਆ, ਜਿਹੜਾ ਹੋਣਾ ਚਾਹੀਦਾ ਵਾਪਸੀ ਵਾਲਾ, ਵੀ ਇੱਦਾਂ ਕੋਈ ਵੀ ਠੱਗੀ ਮਾਰ ਕੇ ਕਿਤੇ ਵੀ ਜਾ ਕੇ ਸੇਫਲੀ ਆਪਣੀ ਜ਼ਿੰਦਗੀ ਕੱਢ ਲੇ, ਬਸ ਫਿਰ ਤੇ ਕੰਮ ਹੋ ਗਿਆ। ਬਿਲਕੁਲ, ਕਈ ਵਾਰੀ ਗਵਰਨਮੈਂਟ ਦੀ ਕਾਰਗੁਜ਼ਾਰੀ ਇਸ ਤਰ੍ਹਾਂ ਦੀ ਹੈ, ਕੀੜੀਆਂ ਨੂੰ ਰੋਕੀ ਜਾਂਦੇ, ਹਾਥੀਆਂ ਨੂੰ ਨੰਗੀ ਜਾਣ ਦਿੰਦੇ ਨੇ। ਸੋ ਇਸ ਕਰਕੇ ਜਿਹੜਾ ਇਹ ਹੈਗਾ, ਵੱਡੇ ਲੋਕ ਪੈਸੇ ਮਾਰ ਕੇ ਭੱਜੇ ਨੇ ਇੰਡੀਆ ਦੇ ਵਿੱਚੋਂ। ਹਾਲਾਂਕਿ ਉਹਨਾਂ ਨੇ ਕਈ ਡੋਨੇਸ਼ਨ ਵੀ ਕੀਤੀਆਂ ਪੋਲੀਟੀਕਲ ਪਾਰਟੀਆਂ ਨੂੰ, ਕਿ ਉਹਦੇ ਪਿੱਛੇ ਪੋਲੀਟੀਕਲ ਪਾਰਟੀਜ਼ ਦੀ ਪ੍ਰੋਟੈਕਸ਼ਨ ਜਾਂ ਉਹਨਾਂ ਦੀ ਹੱਲਾਸ਼ੇਰੀ ਸੀ ਉਹਨਾਂ ਨੂੰ ਭਜਾਉਣ ਦੇ ਵਿੱਚ, ਇਹ ਵੀ ਇੱਕ ਸਵਾਲੀਆ ਚਿੰਨ੍ਹ ਹੈ। ਅੱਛਾ, ਅੰਟਾਰਕਟਿਕਾ ਤੋਂ ਕੋਵਿਡ ਦੀਆਂ ਖਬਰਾਂ ਆ ਰਹੀਆਂ ਨੇ ਜੀ, ਉੱਥੇ ਕੋਵਿਡ ਕਿੱਦਾਂ ਪਹੁੰਚ ਗਿਆ? ਦੇਖੋ, ਅੰਟਾਰਕਟਿਕਾ ਦੇ ਵਿੱਚ ਅਮਰੀਕਾ ਦੇ ਤਕਰੀਬਨ 993 ਵਰਕਰਸ ਕੰਮ ਕਰਦੇ ਨੇ। ਅੱਛਾ, ਅੰਟਾਰਕਟਿਕਾ ਦੱਖਣੀ ਧਰੁਵ ਦੇ ਉੱਤੇ ਸਥਿਤ ਹੈ, ਤੇ ਉੱਥੇ ਵਸੋਂ ਬਹੁਤ ਘੱਟ ਆ, ਠੰਡ ਬਹੁਤ ਜ਼ਿਆਦਾ, ਤੇ ਗਲੇਸ਼ੀਅਰ ਬਰਫਾਂ ਜੰਮੀਆਂ ਹੋਈਆਂ ਨੇ, ਤੇ ਉੱਥੇ 98 ਲੋਕਾਂ ਦਾ ਟੈਸਟ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ 98 ਲੋਕ ਪੋਜ਼ਿਟਿਵ ਨੇ। ਤੇ ਹੁਣ ਇਹ ਇੱਕ ਹੈਰਾਨੀ ਦੀ ਮਤਲਬ ਖਬਰ ਹੈ
ਕਿ 1000 ਦੇ ਵਿੱਚੋਂ 98 ਲੋਕ ਆਲਰੇਡੀ ਸਫਰ ਕਰ ਰਹੇ ਨੇ ਕੋਵਿਡ ਦੇ ਨਾਲ, ਭਾਵੇਂ ਉਹਨਾਂ ਦੇ ਸਿੰਪਟਮਸ ਬਹੁਤ ਸਟਰੋਂਗ ਤਾਂ ਨਹੀਂ ਹੈ, ਮਾਈਲਡ ਨੇ। ਤੇ ਉੱਥੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਮਾਸਕਾਂ ਪਾ ਕੇ ਰੱਖਣ। ਤੇ ਮੇਨਲੈਂਡ ਤੋਂ ਜੋ ਅੰਟਾਰਕਟਿਕਾ ਦੇ ਵਿੱਚ ਹੋਰ ਕੋਈ ਚੀਜ਼ਾਂ ਜਾਣੀਆਂ ਸੀ ਜਾਂ ਲੋਕ ਜਾਣੇ ਸੀ, ਉਹਨਾਂ ਤੇ ਵੀ ਰੋਕ ਲਾਈ ਗਈ ਹੈ। ਸੋ ਇਹ ਇੱਕ ਚਿੰਤਾਜਨਕ ਹੈ। ਭਾਵੇਂ ਚਾਈਨਾ ਦੇ ਵਿੱਚ ਜਾਂ ਦੁਨੀਆ ਦੇ ਕੁਝ ਹਿੱਸਿਆਂ ਦੇ ਵਿੱਚ ਕੋਵਿਡ ਫਿਰ ਵੱਧ ਰਹੀ ਹੈ ਵਿੰਟਰ ਦੇ ਨਾਲ, ਤੇ ਅੰਟਾਰਕਟਿਕਾ ਦੇ ਵਿੱਚ ਕੋਵਿਡ ਦਾ ਸਪਰੈਡ ਹੋਣਾ ਇਹ ਵਾਕਈ ਇੱਕ ਚਿੰਤਾਜਨਕ ਚੀਜ਼ ਹੈ। ਬਿਲਕੁਲ ਠੀਕ ਹੈ ਜੀ। ਕਿਰਨ ਸਾਹਿਬ, ਤੁਹਾਡਾ ਬਹੁਤ ਧੰਨਵਾਦ ਜੀ ਅੱਜ ਵਾਸਤੇ, ਤੁਸੀਂ ਜੁੜ ਕੇ ਖਬਰਾਂ ਦੇ ਉੱਤੇ ਜਾਣਕਾਰੀ ਦਿੱਤੀਆਂ। ਬਹੁਤ ਸ਼ੁਕਰੀਆ। ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਵੱਲੋਂ ਇੰਨਾ ਜੀ। ਤੁਸੀਂ ਪ੍ਰਾਈਮ ਏਸ਼ੀਆ ਟੀਵੀ ਨਾਲ ਜੁੜੇ, ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।